ਵਾਹਿਗੁਰੂ ਸਾਹਿਬ ਜੀ। ਧੰਨ ਵਾਹਿਗੁਰੂ ਸਾਹਿਬ ਜੀ। ਧਰਣ ਸੁਵੰਨੀ ਖੜ ਰਤਨ ਜੜਾਵੀ। ਧਰਣ ਸੁਵੰਨੀ ਖੜ ਰਤਨ ਜੜਾਵੀ। ਹਰ ਪ੍ਰੇਮ ਪੁਰਖ ਮਨ ਬੁੱਠਾ। ਸਭੇ ਕਾਜ ਸੁਹੇਲੜੇ ਥੀਏ। ਗੁਰ ਨਾਨਕ ਸਤਿਗੁਰ ਤੁਠਾ। ਸਭੇ ਕਾਜ ਸੁਹੇਲੜੇ ਥੀਏ। ਗੁਰ ਨਾਨਕ ਸਤਿਗੁਰ ਤੁਠਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਾਂ ਦੀ ਸਾਜੀ ਔਰ ਰਿਵਾਜੀ ਗੁਰੂ ਰੂਪ ਸਾਧ ਸੰਗਤ ਜੀ, ਬੜੇ ਹੀ ਅਸੀਂ ਵੱਡਿਆਂ ਭਾਗਾਂ ਵਾਲੇ ਹਾਂ। ਜੋ ਧੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ। ਦਇਆਲ ਪੁਰਖ ਮਿਹਰਬਾਨਾ ਹਰ ਨਾਨਕ ਸਾਚ ਵਖਾਨਾ ਜੀ ਦੇ ਨਾਲ ਜੁੜਨਾ ਕਰ ਰਹੇ ਹਾਂ। ਤਿਨਾਂ ਦੀ ਵਿਚਾਰ ਦੇ ਨਾਲ ਸਤਿਗੁਰੂ ਦੀ ਰਹਿਮਤ ਦੇ ਸਦਕਾ ਜੁੜਨਾ ਕਰ ਰਹੇ ਹਾਂ। ਸੋ ਆਓ ਸ੍ਰੀ ਸੁਖਮਨੀ ਸਾਹਿਬ ਜੀ ਦੀ ਲੜੀਵਾਰ ਵਿਚਾਰ ਜੋ ਸਤਿਗੁਰੂ ਰਹਿਮਤ ਕਰਕੇ ਸੇਵਾ ਕਰਵਾ ਰਹੇ ਹਨ। 8 ਅਸ਼ਟਪਦੀਆਂ ਤੱਕ ਸਾਡੀ ਵਿਚਾਰ ਸਤਿਗੁਰੂ ਜੀ ਨੇ ਆਪ ਵਿੱਚ ਪ੍ਰਤੱਖ ਹਾਜ਼ਰ ਨਾਜ਼ਰ ਹੋ ਕਰਕੇ ਕਰਵਾਈ ਹੈ। ਅੱਗੇ ਸਤਿਗੁਰੂ ਜੀ ਕਰਵਾਉਂਦੇ ਰਹਿਣਗੇ। ਬੇਨਤੀ ਹੈ ਸਾਡੀ ਸਤਿਗੁਰਾਂ ਦੇ ਚਰਨਾਂ ਵਿੱਚ ਆਓ ਮਨ ਬਾਣੀ ਸਰੀਰ ਕਰਕੇ ਗੁਰਬਾਣੀ ਵਿਚਾਰ ਗੁਰਬਾਣੀ ਮੂਲ ਨਾਲ ਜੁੜਨਾ ਕਰੀਏ। ਵਾਹਿਗੁਰੂ ਸਾਹਿਬ ਜੀ। ਸ਼ਲੋਕ। ਸਤਿਗੁਰੂ ਜੀ ਹਰ ਇੱਕ ਅਸ਼ਟਪਦੀ ਦੇ ਨਾਲ ਉਸ ਤੋਂ ਪਹਿਲਾਂ ਸ਼ਲੋਕ ਉਚਾਰਦੇ ਹਨ। ਜੋ ਸ਼ਲੋਕ ਉਚਾਰਦੇ ਹਨ ਉਸ ਸ਼ਲੋਕ ਦੀਆਂ ਜੋ ਵੀ 4 ਪੰਕਤੀਆਂ 3 ਪੰਕਤੀਆਂ, ਉਸ ਦਾ ਸਾਰਾ ਮੂਲ ਸਿਧਾਂਤ ਸਾਰੀ ਅਸ਼ਟਪਦੀ ਵਿੱਚ ਵਖਿਆਨ ਕਰਦੇ ਹਨ। ਉਰ ਧਾਰੈ ਜੋ ਅੰਤਰ ਨਾਮ। ਇਹ ਭਾਈ ਜਿਹੜਾ ਉਹਨੂੰ ਆਪਣੇ ਹਿਰਦੇ ਦੇ ਅੰਦਰ ਧਾਰਨ ਕਰ ਲੈਂਦਾ ਹੈ, ਔਰ ਹਿਰਦੇ ਦੇ ਅੰਦਰ ਜੋ ਆਦਮੀ ਨਾਮ ਨੂੰ ਵਸਾਉਂਦਾ ਹੈ, ਨਾਮ ਨੂੰ ਵਸਾ ਕੇ ਪਾਰਸ ਕਲਾ ਜਿਹਦੇ ਉੱਤੇ ਵਰਤਦੀ ਹੈ। ਸਰਬ ਮੈਂ ਪੇਖੈ ਭਗਵਾਨ। ਸਾਰਿਆਂ 'ਚ ਭਗਵਾਨ ਵਾਹਿਗੁਰੂ ਪ੍ਰਭੂ ਪਰਮੇਸ਼ਵਰ ਨੂੰ ਹੀ ਵੇਖਦਾ ਹੈ। ਸਰਬ ਰੂਪਾਂ ਦੇ ਅੰਦਰ ਸਰਬ ਰੂਪ ਵਿੱਚ ਉਸੇ ਇੱਕੋ ਪਰਮਾਤਮਾ ਨੂੰ ਹੀ ਵੇਖਣਾ ਕਰਦਾ ਹੈ। ਨਿਮਖ ਨਿਮਖ ਠਾਕੁਰ ਨਮਸਕਾਰੈ। ਜੋ ਅੱਖ ਦੇ ਝਮਕਣ ਖੋਲ੍ਹਣ ਮੀਟਣ ਸਮੇਂ 'ਚ ਰੱਤੀ ਰੱਤੀ ਨਾਲ ਸੁਆਮੀ ਨੂੰ ਬੰਦਨਾ ਕਰਦਾ ਹੋਵੇ, ਜਿਵੇਂ ਨਮਸਤਵੰ ਅਕਾਲੇ ਨਮਸਤਵੰ ਕਿਰਪਾਲੇ, ਹਰ ਵਕਤ ਹਿਰਦਿਓਂ ਨਾਮ ਜਪਦਾ ਹੋਵੇ, ਸਾਰਾ ਸਮਾਂ ਮਹਾਰਾਜ ਨੂੰ ਨਮਸਕਾਰ ਕਰੇ। ਨਾਨਕ ਓਹ ਅਪਰਸ ਸਗਲ ਨਿਸਤਾਰੈ। ਇੱਥੇ ਅਸੀਂ ਗੁਰਬਾਣੀ ਪੜ੍ਹਦੇ ਹਾਂ, ਸਰਵਣ ਕਰਦੇ ਹਾਂ, ਨਾਲ ਨਾਲ ਗੁਰਬਾਣੀ ਲਗਾ ਮਾਤਰਾਂ ਅੱਖਰਾਂ ਦਾ ਵੀ ਗਿਆਨ ਰੱਖਣਾ ਹੈ। ਜਿਤਨਾ ਕੁ ਸਤਿਗੁਰੂ ਜੀ ਨੇ ਆਪ ਤਰੁੱਠ ਕੇ ਸੋਝੀ ਪਾਈ ਹੈ, ਉਤਨਾ ਕੁ ਆਪ ਸੰਗਤ ਦੇ ਨਾਲ ਰਲ ਮਿਲ ਕੇ ਸਾਂਝਾ ਕਰਨ ਦਾ ਨਿਮਾਣਾ ਜਿਹਾ ਯਤਨ ਕਰ ਰਹੇ ਹਾਂ। ਨਾਨਕ ਉਹ, ਇੱਥੇ ਧਿਆਨ ਰੱਖਣਾ ਹੈ ਊੜੇ ਦਾ ਮੂੰਹ ਖੁੱਲ੍ਹਾ ਹੈ। ਜੇ ਤਾਂ ਊੜਾ ਬੰਦ ਹੋਵੇ ਫਿਰ ਉਹ ਛੋਟਾ ਕਰਕੇ ਭਾਵ ਲਮਕਾਉਣਾ ਨਹੀਂ ਊੜੇ ਨੂੰ, ਫਿਰ ਉੱਥੇ ਹੀ ਪੜ੍ਹ ਕੇ ਅੱਗੇ ਤੁਰ ਜਾਣਾ ਹੈ। ਉਹ
ਇੱਥੇ ਪੜ੍ਹਨਾ ਹੈ ਓਹ, ਊੜੇ ਦਾ ਮੂੰਹ ਖੁੱਲ੍ਹਾ ਹੈ। ਫਿਰ ਅੱਗੇ ਅਪਰਸ ਸਗਲ ਨਿਸਤਾਰੈ, ਨਿਸਤਾਰੇ ਨਹੀਂ ਹੈ। ਇੱਕ ਲਾਮ ਹੋਵੇ ਤਾਂ ਨਿਸਤਾਰੇ ਬਣਦਾ ਹੈ, ਪਰ ਇੱਥੇ ਤਾਂ ਦੁਲਾਮ ਲੱਗੀ ਹੈ। ਸਭ ਤੋਂ ਵਧੀਆ ਹੋਵੇ ਆਪ ਜੀ ਕਥਾ ਵਿਚਾਰ ਸਰਵਣ ਕਰਦੇ ਸਮੇਂ ਪੋਥੀ ਪ੍ਰਕਾਸ਼ ਕਰ ਲਓ, ਗੁਟਕਾ ਸਾਹਿਬ ਪ੍ਰਕਾਸ਼ ਕਰ ਲਓ, ਤਾਂ ਕਿ ਆਪ ਜੀ ਨੂੰ ਥੋੜ੍ਹੀ ਬਾਲੀ ਅੱਖਰਾਂ ਦੀ ਵੀ ਗਿਆਤ ਹੋ ਜਾਵੇ। ਗੁਰੂ ਜੀ ਕਹਿੰਦੇ ਉਹ ਅਪਰਸ ਨਾ ਛੂਹਣ ਵਾਲਾ ਪੁਰਖ ਹੈ। ਲੋਕ ਅਪਰਸ ਉਸ ਨੂੰ ਕਹਿੰਦੇ ਭੇਖ ਨੂੰ ਜਿਹੜਾ ਕਿਸੇ ਦਾ ਪਰਛਾਵਾਂ ਵੀ ਨਾ ਲਵੇ, ਪਰਛਾਵਾਂ ਲਵੇ ਤੋਂ ਵੀ ਜਿਹੜਾ ਹਵਾ ਲੱਗੀ ਤੋਂ ਪਿੱਟਿਆ ਜਾਣ ਵਾਲਾ ਮੰਨਣ ਵਾਲਾ ਆਦਮੀ ਹੈ, ਅਪਰਸ ਉਸ ਨੂੰ ਕਹਿੰਦੇ ਹਨ। ਮਹਾਰਾਜ ਕਹਿੰਦੇ ਸਾਡੇ ਵਾਸਤੇ ਤਾਂ ਉਹ ਅਪਰਸ ਨਾ ਛੂਹਣ ਵਾਲਾ ਨਿਰਲੇਪ ਰਹਿਣ ਜਾਣਾ, ਜਿਹੜਾ ਹਿਰਦੇ 'ਚ ਨਾਮ ਨੂੰ ਵਸਾਉਂਦਾ ਹੈ, ਸਾਰਿਆਂ 'ਚ ਪਰਮੇਸ਼ਰ ਨੂੰ ਵੇਖਦਾ ਹੈ, ਰੱਤੀ ਰੱਤੀ ਕਾਲ 'ਚ ਨਮਸਕਾਰਾਂ ਕਰਦਾ ਹੈ, ਉਹ ਐਸਾ ਅਛੂਹ ਪੁਰਖ ਕੁੱਲ ਦੁਨੀਆ ਨੂੰ ਤਾਰ ਸਕਦਾ ਹੈ। ਏਡੀ ਵੱਡੀ ਤਾਕਤ ਉਹਦੇ 'ਚ ਮਹਾਰਾਜ ਸਾਹਿਬ ਪਾ ਦਿੰਦੇ ਆ। ਮਹਾਰਾਜ ਅਪਰਸ ਦੇ ਲੱਛਣ ਹੋਰ ਕਹਿੰਦੇ ਹਨ ਅਸ਼ਟਪਦੀ ਦੀ ਰਾਹੀਂ। ਅਸ਼ਟਪਦੀ, ਇਹ ਅਸ਼ਟਪਦੀ ਤੋਂ ਭਾਵ ਹੈ ਕਿ 8 ਪਦਿਆਂ ਵਾਲੀ, ਭਾਵ ਅਸ਼ਟ ਮੀਨਿੰਗ 8, ਪਦੀ ਤੋਂ ਭਾਵ ਪਦੇ। 8 ਪਦੇ ਹਨ। ਇੱਕ ਇੱਕ ਪਦੇ ਵਿੱਚ 10-10 ਤੁਕਾਂ ਪੰਕਤੀਆਂ ਹਨ। ਮਿਥਿਆ ਨਾਹੀ ਰਸਨਾ ਪਰਸ। ਅਪਰਸ ਅਛੂਹ ਆਦਮੀ ਉਹ ਹੈ ਜਿਹੜਾ ਅਲਹਿਦਾ ਰਹਿਣ ਵਾਲਾ, ਸਾਰਿਆਂ ਤੋਂ ਅਸੰਗ, ਜਿਹਦੀ ਰਸਨਾ ਦੇ ਨਾਲ ਝੂਠ ਜਿਹੜਾ ਬੋਲਣਾ ਹੈ ਨਾ, ਇਹ ਪਰਸੇ ਲੱਗੇ ਹੀ ਨਾ। ਕਦੇ ਵੀ ਕਿਸੇ ਦੀ ਨਿੰਦਿਆ ਨਾ ਕਰੇ, ਝੂਠ ਨਾ ਬੋਲੇ, ਕਰੜੇ ਵਾਕ ਨਾ ਨਿਕਲਣ ਜਿਹਦੇ ਮੂੰਹ, ਉਹਦੀ ਰਸਨਾ ਨੂੰ ਪਰਸਣ ਹੀ ਨਾ ਇਹ ਔਗਣ ਜਿਹੜੇ ਹਨ। ਐਸਾ ਜੀਵਨ ਹੋ ਜਾਵੇ ਜਿਸ ਦਾ ਸਤਿਗੁਰੂ ਫਰਮਾਉਂਦੇ ਆ, ਮਨ ਮਹਿ ਪ੍ਰੀਤ ਨਿਰੰਜਨ ਦਰਸ। ਮਨ ਵਿੱਚ ਪ੍ਰੀਤੀ ਜੋ ਸ਼ੁੱਧ ਸਰੂਪ ਪਰਮੇਸ਼ਰ ਹੈ, ਉਹਦੇ ਦਰਸ਼ਨਾਂ ਦੀ ਪ੍ਰੀਤ ਮਨ ਵਿੱਚ ਲੱਗੀ ਹੋਈ ਹੋਵੇ। ਪਰ ਤ੍ਰੈ ਰੂਪ ਨ ਪੇਖੈ ਨੇਤਰ। ਜੋ ਸਾਰਿਆਂ ਪ੍ਰਤੀ ਮਾਵਾਂ ਧੀਆਂ ਭੈਣਾਂ ਜਾਣੇ, ਪਰ ਇਸਤਰੀਆਂ 'ਚ ਚੰਗੇ ਰੂਪ ਵਾਲੀਆਂ ਵੇਖ ਕਰਕੇ ਵੱਡੀਆਂ ਨੂੰ ਮਾਵਾਂ, ਬਰਾਬਰ ਦੀਆਂ ਨੂੰ ਭੈਣਾਂ, ਛੋਟੀਆਂ ਨੂੰ ਧੀਆਂ ਜਾਣੇ। ਐਸਾ ਗੁਣ ਹੋਣਾ ਚਾਹੀਦਾ। ਜਿਵੇਂ ਭਾਈ ਗੁਰਦਾਸ ਜੀ ਨੇ ਕਿਹਾ ਹੈ, ਵੱਡਾ ਵਿਕਾਰੀ ਆਖੀਏ ਧੀ ਭੈਣੋਂ ਸੰਗੇ। ਏਡਾ ਵਿਕਾਰੀ ਹੋਵੇ ਆਦਮੀ, ਆਪਣੀ ਸਕੀ ਧੀ ਭੈਣ ਤੋਂ ਸੰਕੋਚ ਕਰਦਾ ਹੋਵੇ। ਇਸੇ ਪ੍ਰਕਾਰ ਪਰਾਈਆਂ ਇਸਤਰੀਆਂ ਦੇ ਰੂਪ ਨੂੰ ਅੱਖਾਂ ਦੀ ਦ੍ਰਿਸ਼ਟੀ ਨਾਲ ਨਾ ਵੇਖੇ, ਕਿਸੇ ਨੂੰ ਮਾੜੇ ਵਿਸ਼ੇ ਦੀ ਦ੍ਰਿਸ਼ਟੀ ਦੇ ਨਾਲ ਨਾ ਵੇਖੇ। ਸਾਧ ਕੀ ਟਹਿਲ ਸੰਤ ਸੰਗ ਹੇਤ। ਅੱਗੇ ਸਤਿਗੁਰੂ ਜੀ ਸਾਧੂ ਦੇ ਸੇਵਾ ਬਾਰੇ ਫਰਮਾਨ ਕਰਦੇ ਹਨ ਅਤੇ ਸਰੀਰ ਕਰਕੇ ਸਾਧ ਦੀ ਟਹਿਲ ਸੇਵਾ ਕਰੇ। ਸਾਧ ਉਹ ਸ੍ਰੇਸ਼ਟ ਪੁਰਖ ਆ ਜਿਨ੍ਹਾਂ ਨਾਲ ਮਿਲ ਕੇ ਜੀਵਨ ਪਲਟਾ ਖਾ ਜਾਵੇ, ਜਿਨ੍ਹਾਂ ਦੇ ਕੋਲ ਬੈਠਿਆਂ ਵਾਹਿਗੁਰੂ ਚੇਤੇ ਆ ਜਾਵੇ, ਜਿਨ੍ਹਾਂ ਨਾਲ ਮਿਲ ਕੇ ਮਨ ਦੇ ਵਿਕਾਰ ਮਿਟ ਜਾਣ, ਜਿਨ੍ਹਾਂ ਨਾਲ ਮਿਲ ਕੇ ਪਰਮੇਸ਼ਰ ਚੇਤੇ ਆਵੇ, ਉਹਨਾਂ ਦੀ ਹੱਥਾਂ ਨਾਲ ਟਹਿਲ ਕਰੇ, ਸੇਵਾ ਕਰੇ। ਜਿਨ੍ਹਾਂ ਨੂੰ ਸਾਸ ਗਿਰਾਸ ਨਹੀਂ ਵਿਸਰਦਾ, ਉਹਨਾਂ ਪੁਰਖਾਂ ਦੀ ਸੰਗਤ ਕਰੇ, ਹਿਤ ਕਰੇ। ਕਰਨ ਨ ਸੁਨੈ ਕਾਹੂ ਕੀ ਨਿੰਦਾ। ਇੱਥੇ ਕਰਨ ਤੋਂ ਅੱਗੇ ਨੰਨਾ ਮੁਕਤਾ ਆਉਂਦਾ ਹੈ। ਮੁਕਤਾ ਅੱਖਰ ਉਸ ਨੂੰ ਕਹਿੰਦੇ ਹਨ ਜਿਸ ਨੂੰ ਕੋਈ ਵੀ ਮਾਤਰਾ ਲਗਾ ਕੁਛ ਵੀ ਨਾ ਲੱਗਾ ਹੋਵੇ, ਭਾਵ ਨੰਨਾ ਕੱਲਾ ਹੈ। ਇਕੱਲਾ ਨੰਨਾ ਬੋਲਣਾ ਹੈ। ਕਰਨ ਨ ਸੁਨੈ ਕਾਹੂ ਕੀ ਨਿੰਦਾ। ਇੱਥੇ ਅਸੀਂ ਕੰਨਾਂ ਲਾ ਕੇ ਪੜ੍ਹ ਜਾਂਦੇ ਹਾਂ, ਨਾ ਕਹਿ ਜਾਂਦੇ ਹਾਂ, ਫਿਰ ਇੱਕ ਮਾਤਰਾ ਵੱਧ ਜਾਂਦੀ ਆ। ਜਦੋਂ ਇੱਕ ਮਾਤਰਾ ਵੱਧ ਗਈ ਬੋਲਣ ਨਾਲ, ਤੇ ਪਾਠ ਸ਼ੁੱਧ ਤੋਂ ਅਸ਼ੁੱਧ ਹੋ ਗਿਆ। ਕੰਨਾਂ ਆਪਣਿਆਂ ਨੂੰ ਬੋਲੇ ਸਮਝ ਲਵੇ, ਕਿਸੇ ਦੀ ਨਿੰਦਿਆ ਕੰਨਾਂ ਨਾਲ ਨਾ ਸੁਣੇ। ਮਹਾਰਾਜ ਕੰਨਾਂ 'ਚ ਮੱਲੋ ਮੱਲੀ ਪੈ ਜਾਂਦੀ ਹੈ। ਬੁੱਝੇ ਕਿਵੇਂ ਦੇ ਲਈਏ,
ਕੰਨਾਂ ਨੂੰ ਬੰਦ ਕਿਵੇਂ ਕਰ ਲਈਏ, ਤਾਂ ਹਜੂਰ ਫਰਮਾਉਂਦੇ ਹਨ, ਸਭ ਤੇ ਜਾਣੈ ਆਪਸ ਕਉ ਮੰਦਾ। ਭਾਈ, ਨਿੰਦਿਆ ਸੁਣਨ ਤੋਂ ਉਦੋਂ ਹਟਿਆ ਜਾਂਦਾ ਜਦੋਂ ਸਾਰਿਆਂ ਨਾਲੋਂ ਆਪਣੇ ਆਪ ਨੂੰ ਮੰਦਾ ਸਮਝੇ ਕਿ ਮੈਂ ਔਗਣਾਂ ਨਾਲ ਭਰਿਆ ਹੋਇਆ ਹਾਂ, ਮੇਰੇ ਨਾਲੋਂ ਸਭ ਉੱਚੇ ਆ। ਇਹ ਦੋਸ਼ ਛੱਡ ਜਾਂਦਾ ਹੈ। ਜਿਵੇਂ ਕਬੀਰ ਸਾਹਿਬ ਕਹਿੰਦੇ ਆ, ਕਬੀਰ ਸਭ ਤੇ ਹਮ ਬੁਰੇ, ਹਮ ਤਜ ਭਲੋ ਸਭ ਕੋਏ, ਜਿਨ ਐਸਾ ਕਰ ਬੂਝਿਆ ਮੀਤ ਹਮਾਰਾ ਸੋਏ। ਕਹਿੰਦੇ ਸਾਡਾ ਤਾਂ ਮਿੱਤਰ ਹੀ ਉਹ ਹੈ ਜਿਹੜਾ ਆਪਣੇ ਆਪ ਨੂੰ ਮੰਦਾ ਕਹਿੰਦਾ ਹੈ ਤੇ ਸਾਰੇ ਸੰਸਾਰ ਨੂੰ ਭਲਾ ਕਹਿੰਦਾ ਹੈ। ਗੁਰ ਪ੍ਰਸਾਦ ਵਿਖਿਆ ਪਰ ਹਰੈ। ਇੱਥੇ ਵੀ ਪਰ ਹਰੈ ਨੂੰ ਪਰ ਹਰੇ ਨਹੀਂ ਕਹਿਣਾ। ਜੇ ਪਰ ਹਰੇ ਕਹਿ ਦੇਵਾਂਗੇ ਤੇ ਲਾਮ ਲੱਗ ਜੂਗੀ। ਇੱਥੇ ਇੱਕ ਮਾਤਰਾ ਘਟ ਜਾਵੇਗੀ ਜੇ ਪਰ ਹਰੇ ਕਵਾਂਗੇ। ਇੱਥੇ ਪਰ ਹਰੈ ਦੁਲਾਵਾਂ ਲੱਗੀਆਂ ਹਨ। ਇਹ ਵਿਸ਼ੇ ਨਹੀਂ ਮਿਟਦੇ। ਮਹਾਰਾਜ ਸਾਹਿਬ ਕਹਿੰਦੇ ਗੁਰਾਂ ਦੀ ਕਿਰਪਾ ਨਾਲ ਇਹਨਾਂ ਵਿਖਿਆ ਨੂੰ, ਮਾਇਆ ਨੂੰ ਦੂਰ ਕਰ ਦੇਵੇ। ਪਰ ਹਰੈ ਤੋਂ ਭਾਵ ਹੈ ਤਿਆਗ ਦੇਵੇ। ਮਨ ਕੀ ਬਾਸਨਾ ਮਨ ਤੇ ਟਰੈ। ਮਹਾਰਾਜ ਜੀ, ਉੱਤੋਂ ਤਾਂ ਕਈ ਲੋਕ ਦਮਨ ਕਰ ਲੈਂਦੇ ਇੰਦਰੀਏ, ਪਰ ਮਨ ਨਹੀਂ ਰੁਕਦਾ। ਹਜੂਰ ਕਹਿੰਦੇ ਮਨ ਕੀ ਬਾਸਨਾ, ਜਿਹੜੀ ਮਨ ਦੇ ਅੰਦਰ ਵਾਸਨਾ ਹੈ ਨਾ, ਸ਼ਬਦ, ਸਪਰਸ਼, ਰੂਪ, ਰਸ, ਗੰਧ ਦੀ, ਇਹ ਗੁਰਾਂ ਦੇ ਸ਼ਬਦ ਦੇ ਮੰਨਣ ਕਰਕੇ ਟਲਦੀ ਹੈ। ਗੁਰਾਂ ਦੇ ਉਪਦੇਸ਼ ਨੂੰ ਮੰਨ ਲਵੇ, ਕਮਾ ਲਵੇ, ਤਾਹੀਓ ਫਰਮਾਨ ਹੈ, ਮੰਨੇ ਕੀ ਗਤ ਕਹੀ ਨ ਜਾਏ। ਇਹ ਮਨ ਦੀ ਵਾਸ਼ਨਾ ਮਨ ਵਿੱਚੋਂ ਹੀ ਟਾਲ ਦੇਵੇ। ਇੰਦਰੀਆਂ ਨਾਲ ਇਹਦੇ ਤਾਈਂ ਸੰਬੰਧ ਨਾ ਹੋਣ, ਫੇਰ ਮਨ ਰੁਕਦਾ ਹੈ। ਇੰਦਰੀ ਜਿਤ ਪੰਚ ਦੋਖ ਤੇ ਰਹਿਤ। ਭਾਈ, ਪੰਜਾਂ ਨੂੰ ਜਿੱਤਣ ਵਾਲਾ ਹੋਵੇ, ਪੰਜੇ ਗਿਆਨ ਇੰਦਰੀਆਂ ਨੂੰ, ਪੰਜੇ ਕਰਮ ਇੰਦਰੀਆਂ ਨੂੰ ਜਿੱਤਿਆ ਹੋਇਆ ਹੋਵੇ ਵਿਸ਼ਿਆਂ ਵੱਲੋਂ, ਪੰਜੇ ਸ਼ਬਦ, ਸਪਰਸ਼, ਰੂਪ, ਰਸ, ਗੰਧ, ਇਹਨਾਂ ਦੋਸ਼ਾਂ ਤੋਂ, ਕਲੰਕਾਂ ਤੋਂ ਰਹਿਤ ਹੋਵੇ। ਨਾਨਕ ਕੋਟ ਮੱਧੇ ਕੋ ਐਸਾ ਅਪਰਸ। ਸਤਿਗੁਰੂ ਜੀ ਕਹਿੰਦੇ ਕਰੋੜਾਂ ਦੇ ਵਿੱਚੋਂ ਕੋਈ ਇਹੋ ਜਿਹਾ ਹੈ ਭਾਈ, ਜਿਹੜਾ ਕਿਸੇ ਨਾਲ ਨਹੀਂ ਛੂਹੰਦਾ। ਉਹ ਅਸੰਗ ਪੁਰਖ ਮੰਨਿਆ ਜਾਂਦਾ। ਉਹਨੂੰ ਅਸੰਗ ਸਮਝੋ। ਦੁਨੀਆ 'ਚ ਜਿਹਦੇ ਅੰਦਰੋਂ ਸਾਰੇ ਔਗਣ ਮਿਟ ਗਏ ਹਨ, ਉਹ ਕਰੋੜਾਂ ਵਿੱਚੋਂ ਕੋਈ ਐਸਾ ਹੈ ਨਾ ਛੂਹਣ ਵਾਲਾ। ਬੈਸਨੋ ਸੋ ਜਿਸ ਉਪਰ ਸੋ ਪ੍ਰਸੰਨ। ਇੱਥੇ ਸੋ ਪ੍ਰਸੰਨ ਨੂੰ 100% ਨਹੀਂ ਪੜ੍ਹਨਾ। ਜੇ 100% ਪੜ੍ਹਾਂਗੇ ਤੇ ਔਂਕੜ ਹਟਾ ਕੇ ਅਸੀਂ ਹੋੜਾ ਲਾ ਦੇਵਾਂਗੇ ਉੱਪਰ ਸੱਸੇ ਦੀ, ਤਾਂ ਹੀ 100 ਪੜ੍ਹਾਂਗੇ ਤੇ ਮਾਤਰਾ ਉਲਟ ਹੋ ਜਾਵੇਗੀ ਪੜ੍ਹਨ ਦੀ, ਪਾਠ ਅਸ਼ੁੱਧ ਹੋ ਜਾਵੇਗਾ। ਸੋ ਇਹਨਾਂ ਗੱਲਾਂ ਦਾ ਵੀ ਸਾਧ ਸੰਗਤ ਜੀ, ਆਪ ਜੀ ਦੇ ਚਰਨਾਂ ਪਾਸ ਬੇਨਤੀ ਹੈ ਕਿ ਅਸੀਂ ਬਹੁਤ ਖਿਆਲ ਰੱਖਣਾ ਹੈ। ਬੈਸਨੋ ਸੋ ਜਿਸ ਉੱਪਰ ਸੋ ਪ੍ਰਸੰਨ, ਸੱਸੇ ਨੂੰ ਔਂਕੜ ਹੈ, ਸੱਸੇ ਨੂੰ ਔਂਕੜ, ਸੋ ਇਸ ਤਰ੍ਹਾਂ ਪੜ੍ਹਨਾ ਹੈ। ਸੋ ਪ੍ਰਸੰਨ। ਵਿਸ਼ਨੂੰ ਜੀ ਦਾ ਉਪਾਸ਼ਕ ਵੈਸ਼ਨੋ ਕੌਣ ਹੈ ਸਕਦਾ? ਮਹਾਰਾਜ ਕਹਿੰਦੇ ਵਿਸ਼ ਨਾਮ ਹੈ ਸ੍ਰਿਸ਼ਟੀ ਦਾ, ਅੰਨ ਨਾਮ ਹੈ ਚੇਸ਼ਟਾ ਦਾ। ਜਿਹੜਾ ਕੁੱਲ ਸ੍ਰਿਸ਼ਟੀ ਦੀ ਕਿਰਿਆ ਚੇਸ਼ਟਾ ਕਰਾਉਂਦਾ ਹੈ, ਪਰਮੇਸ਼ਰ ਦਾ ਵੈਸ਼ਨੋ ਭਗਤ ਉਹ ਹੈ। ਭਗਤ ਰਵਿਦਾਸ ਜੀ ਦਾ ਫੁਰਮਾਨ ਹੈ, ਅੰਗ 858 ਤੇ, ਜਿਹ ਕੁਲ ਸਾਧ ਬੈਸਨੋ ਹੋਏ, ਬਰਨ ਅਬਰਨ ਰੰਕ ਨਹੀਂ ਈਸਰ, ਬਿਮਲ ਬਾਸ ਜਾਨੀਐ ਜਗ ਸੋਏ। ਵੈਸ਼ਨੋ ਉਹ ਹੋ ਸਕਦਾ ਹੈ ਭਾਈ, ਜਿਹੜਾ ਗੰਢਾ ਨਾ ਖਾਵੇ, ਲਸਣ ਨਾ ਖਾਵੇ, ਜਿਹੜਾ ਮਦਰਾ ਮਾਸ ਤੋਂ ਬਚਿਆ ਹੋਇਆ ਹੋਵੇ, ਜਿਨ੍ਹਾਂ ਦੇ ਉੱਪਰ ਭਲੀ ਪ੍ਰਕਾਰ ਪਰਮੇਸ਼ਵਰ ਪ੍ਰਸੰਨ ਖੁਸ਼ ਹੋਇਆ ਹੋਵੇ। ਬਿਸਨ ਕੀ ਮਾਇਆ ਤੇ ਹੋਏ ਭਿੰਨ। ਉਹ ਬਿਸ਼ਨ ਵਿਸ਼ਿਆਂ ਨੂੰ ਪੈਦਾ ਕਰਨ ਵਾਲੀ ਜਿਹੜੀ ਮਾਇਆ ਹੈ ਨਾ, ਬਿਸ਼ਨ ਭਗਵਾਨ ਦੀ ਜਿਹੜੀ ਮਾਇਆ ਹੈ, ਇਸ ਤੋਂ ਵੱਖਰਾ ਹੋ ਜਾਵੇ, ਇਹਨਾਂ ਵਿਸ਼ਿਆਂ ਤੋਂ ਸੁਤੰਤਰ ਹੋ ਜਾਵੇ। ਇਹ ਛੋੜ ਬਹਿ ਤੋ ਛੂਟੈ ਨਾਹੀ। ਜੇ ਕੋਈ ਛੱਡ ਕੇ ਤਿਆਗੀ ਬਣੇ ਫਿਰ ਵੀ ਛੁੱਟਦੀ ਨਹੀਂ।
ਜੋ ਸੰਚੈ ਤਉ ਭਉ ਮਨ ਮਾਹੀ। ਇਸ ਹੀ ਮਹਿ ਜਿਸ ਕੀ ਪਤ ਰਾਖੈ, ਤਿਸ ਸਾਧੂ ਚੌਰ ਢਾਲੀਐ। ਜਿਹਦੀ ਮਹਾਰਾਜ ਇੱਜ਼ਤ ਰਾਖਾਵੇ, ਮਾਇਆ ਚ ਮਨ ਨਾ ਜਿਹਦਾ ਜੁੜੇ। ਮਹਾਰਾਜ ਨੇ ਗਹੁ ਕਰ ਪਕਰੀ ਨ ਆਈ ਹਾਥ, ਪ੍ਰੀਤ ਕਰੀ ਚਾਲੀ ਨਹੀਂ ਸਾਥ। ਕਹੋ ਨਾਨਕ ਜੋ ਤਿਆਗ ਦਈ, ਤਬ ਉਹ ਚਰਣੀ ਆਏ ਪਈ। ਦਿਲੋਂ ਛੁੱਟ ਜੇ ਜਿਸ ਦੇ ਅੰਦਰੋਂ, ਸੋ ਇਸ ਪ੍ਰਕਾਰ ਮਾਇਆ ਤੋਂ ਵੱਖਰਾ ਹੋ ਜਾਵੇ, ਮਨ ਸੁਤੰਤਰ ਹੋ ਜਾਵੇ। ਬਿਸ਼ਨ ਭਗਵਾਨ ਦੀ ਜਿਹੜੀ ਮਾਇਆ ਹੈ ਨਾ, ਇਸ 'ਚ ਰਾਜਸੀ ਤਾਮਸੀ ਸਾਂਤਕੀ ਸੁਭਾਅ ਹੈ। ਉਹ ਪੋਹ ਨਾ ਸਕਣ, ਤੁਰਿਆ ਪਦ 'ਚ ਸਥਿਤ ਹੋਵੇ ਤਾਂ ਭਿੰਨ ਵੱਖਰਾ ਹੋਇਆ ਜਾਂਦਾ ਹੈ। ਕਰਮ ਕਰਤ ਹੋਵੈ ਨਿਹ ਕਰਮ। ਭਾਈ ਕਰਮਾਂ ਨੂੰ ਕਰਦਾ ਹੋਇਆ ਨਿਸ਼ਕਾਮੀ ਹੋ ਜਾਵੇ, ਕਾਮਨਾ ਇੱਛਾ ਕੋਈ ਨਾ ਰੱਖੇ। ਕਰਮਾਂ ਦੀ ਵਾਸ਼ਨਾ ਤੋਂ ਫਲ ਤੋਂ ਰਹਿਤ ਹੋ ਕੇ ਨਿਸ਼ਕਾਮੀ ਹੋਵੇ। ਜੇਕਰ ਕੋਈ ਨਿਸ਼ਕਾਮੀ ਹੁੰਦਾ ਹੈ ਤਾਂ ਸਤਿਗੁਰੂ ਇਸੇ ਅੰਮ੍ਰਿਤਮਈ ਬਾਣੀ ਵਿੱਚ ਸੁਖਮਨੀ ਸਾਹਿਬ ਵਿੱਚ ਫਰਮਾਉਂਦੇ ਹਨ ਕਿ ਸੇਵਾ ਕਰਤ ਹੋਏ ਨਿਹਕਾਮੀ, ਤਿਸ ਕੋ ਹੋਤ ਪ੍ਰਾਪਤ ਸੁਆਮੀ। ਸਤਿਗੁਰੂ ਕਹਿੰਦੇ ਉਹਨੂੰ ਸੁਆਮੀ ਹੀ ਪ੍ਰਾਪਤ ਹੋ ਜਾਂਦਾ ਹੈ, ਸਾਰੀਆਂ ਦਾਤਾਂ ਦਾ ਮਾਲਕ ਹੀ ਉਹਦੇ ਘਰ ਆ ਜਾਂਦਾ ਹੈ। ਜਿਹੜਾ ਫੁਰਨਿਆਂ ਤੋਂ ਰਹਿਤ ਹੋ ਕੇ ਸੇਵਾ ਕਰਦਾ ਹੈ ਮਾਲਕ ਦੀ, ਤਿਸ ਵੈਸਨੋ ਕਾ ਨਿਰਮਲ ਧਰਮ। ਉਸ ਵੈਸਨੋ ਵਿਸ਼ਨੂੰ ਦੇ ਉਪਾਸ਼ਕ ਦਾ, ਵੈਸ਼ਨੋ ਭਗਤ ਦਾ ਉੱਜਲ ਧਰਮ ਸਮਝਿਆ ਜਾ ਸਕਦਾ ਹੈ। ਕਾਹੂ ਫਲ ਕੀ ਇੱਛਾ ਨਹੀਂ ਬਾਚੈ। ਜਿਹੜਾ ਕੋਈ ਜਪ ਤਪ ਕਰਕੇ ਕਿਸੇ ਫਲ ਦੀ ਇੱਛਾ ਕਰਨੀ ਹੈ ਕਿ ਮੈਨੂੰ ਇਹ ਫਲ ਪ੍ਰਾਪਤ ਹੋ ਜਾਵੇ, ਜਪ ਦਾ ਮੈਨੂੰ ਉਹ ਫਲ ਪ੍ਰਾਪਤ ਹੋ ਜਾਵੇ, ਉਹ ਤਾਂ ਸਾਧ ਸੰਗਤ ਜੀ ਜਿਵੇਂ ਕਿਹਾ ਕਿ ਵਰਤ ਆਦਿਕਾਂ ਦਾ ਫਲ ਉਦੋਂ ਚਲਿਆ ਜਾਂਦਾ ਜਦੋਂ ਕੋਈ ਫਲ ਆਦਿ ਖਾ ਜਾਏ। ਇਸ ਪ੍ਰਕਾਰ ਜਦੋਂ ਇੱਛਾ ਕਰ ਲੈਂਦਾ ਹੈ ਨਾ, ਉਦੋਂ ਨਿਸ਼ਕਾਮ ਜਿਹੜਾ ਹੋਣਾ ਹੈ ਨਾ, ਮਨ ਨੇ ਸ਼ੁੱਧ ਹੋ ਕੇ ਮਨ ਪਰਮੇਸ਼ਰ ਵੱਲ ਜੁੜਨਾ ਹੈ। ਇਹ ਵਾਸ਼ਨਾ ਰੂਪ ਫਲ ਖਾਣੇ ਕਰਕੇ ਵਰਤ ਨਹੀਂ ਰਹਿੰਦਾ ਉਸ ਆਦਮੀ ਦਾ। ਉਸ ਆਦਮੀ ਦਾ ਸ਼ੁੱਧ ਚਿੱਤ ਨਹੀਂ ਰਹਿੰਦਾ ਜਦੋਂ ਕਾਮਨਾ ਕਰ ਲੈਂਦਾ ਹੈ। ਇਸ ਕਰਕੇ ਮਹਾਰਾਜ ਕਹਿੰਦੇ ਪਰਮੇਸ਼ਰ ਦੀ ਪ੍ਰਾਪਤੀ ਤੋਂ ਘੱਟ ਕਿਸੇ ਫਲ ਦੀ ਇੱਛਾ ਹੀ ਨਾ ਕਰੇ। ਜਿਹੜਾ ਪਰਮੇਸ਼ਰ ਦੀ ਵਾਸ਼ਨਾ ਕਰਦਾ ਉਹ ਨਿਸ਼ਕਾਮੀ ਹੈ। ਜਿਹੜਾ ਪਦਾਰਥਾਂ ਦੀ ਇੱਛਾ ਕਰਦਾ ਉਹ ਸੁਕਾਮੀ ਹੈ। ਕਿਸੇ ਫਲ ਦੀ ਇੱਛਾ ਨੂੰ ਬਾਚੈ ਚਾਹੇ ਹੀ ਨਾ, ਮਨ ਵਿੱਚ ਹੀ ਨਾ ਲੈ ਕੇ ਆਵੇ। ਕੇਵਲ ਭਗਤ ਕੀਰਤਨ ਸੰਗ ਰਾਚੈ। ਕੇਵਲ ਉਹ ਇੱਕੋ ਇੱਕ ਪਰਮੇਸ਼ਰ ਦੀ ਭਗਤੀ ਦੇ ਨਾਲ, ਪਰਮੇਸ਼ਰ ਦੇ ਕੀਰਤਨ ਦੇ ਨਾਲ ਹਰ ਵਕਤ ਮਨ ਬਾਣੀ ਸਰੀਰ ਕਰਕੇ ਰਚਿਆ ਰਹੇ, ਜਸ ਗਾਉਣ ਵਿੱਚ ਲੱਗਾ ਰਹੇ। ਮਨ ਤਨ ਅੰਤਰ ਸਿਮਰਨ ਗੋਪਾਲ। ਮਨ ਦੇ ਅੰਦਰ ਵੀ ਸਿਮਰਨ ਕਰੇ ਅਕਾਲ ਪੁਰਖ ਦਾ, ਪ੍ਰਿਥਵੀ ਦੇ ਪਾਲਕ ਦਾ। ਤਨ ਅੰਦਰ ਵੀ ਰੋਮ ਰੋਮ ਵਿੱਚ ਵੀ ਸਿਮਰਨ ਕਰੇ ਗੋਪਾਲ, ਪ੍ਰਿਥਵੀ ਦੇ ਪਾਲਕ ਦਾ। ਸਭ ਉਪਰ ਹੋਵਤ ਕਿਰਪਾਲ। ਇੱਥੇ ਵੀ ਕਈ ਵਾਰੀ ਅਸੀਂ ਸਭ ਉੱਪਰ ਵੜ ਜਾਂਦੇ ਹਾਂ, ਪਰ ਊੜੇ ਨੂੰ ਦੁਲੈਂਕੜ ਲੱਗੀ ਹੈ। ਜੇ ਤਾਂ ਔਂਕੜ ਲੱਗਾ ਹੋਵੇ ਫਿਰ ਉੱਪਰ ਹੀ ਹੈ, ਪਰ ਇੱਥੇ ਦਲੌਂਕੜ ਹੈ। ਸਭ ਉੱਪਰ, ਊ ਪੜਨਾ, ਊੜੇ ਦਲੌਂਕੜ ਊ। ਜੇ ਊੜੇ ਨੂੰ ਔਂਕੜ ਹੈ ਫਿਰ ਉਹ। ਕਹਿੰਦੇ ਸਭ ਉੱਪਰ ਹੋਵਤ ਕਿਰਪਾਲ। ਐਸਾ ਤੇਜ ਨਾ ਹੋਵੇ ਕਿ ਮੈਂ ਫੂਕ ਦਊਂ ਸਰਾਪ ਦੇ ਕੇ। ਇਹੋ ਜਿਹਾ ਨਰਮ ਹੋਵੇ ਕਿ ਸਾਰਾ ਕੁਝ ਬਲ ਕੇ ਸਾਰਿਆਂ ਉੱਤੇ ਕਿਰਪਾ ਕਰਨ ਵਾਲਾ ਹੋਵੇ, ਕਿਰਪਾਲੂ ਹੋਵੇ। ਆਪ ਦ੍ਰਿੜੈ ਅਵਰਹਿ ਨਾਮ ਜਪਾਵੈ। ਭਾਈ ਆਪ ਦ੍ਰਿੜ ਪੱਕਾ ਵਸਿਆ ਹੋਵੇ, ਨਾਮ ਮਨ 'ਚ ਭੁੱਲੇ ਨਾ ਕਿਤੇ, ਫੇਰ ਹੋਰਨਾਂ ਨੂੰ ਮਹਾਰਾਜ ਦਾ ਨਾਮ ਜਪਾਵੇ ਪ੍ਰੇਮ ਕਰਕੇ। ਨਾਨਕ ਉਹ ਬੈਸਨੋ ਪਰਮ ਗਤ ਪਾਵੈ। ਮਹਾਰਾਜ ਜੀ ਕਹਿੰਦੇ ਐਸਾ ਜੋ ਬੈਸਨੋ ਹੈ, ਤਿਆਗੀ, ਮਲ ਮਾਸ ਆਦਿਕਾਂ ਦਾ, ਉਹ ਪਰਮ ਗਤੀ ਨੂੰ ਪਾ ਸਕਦਾ ਹੈ। ਭਗਉਤੀ ਭਗਵੰਤ ਭਗਤ ਕਾ ਰੰਗ।
ਭਗਉਤੀ ਇੱਕ ਰਾਸ ਧਾਰੀਆਂ ਦਾ ਪੰਥ ਵੀ ਹੈ ਤੇ ਭਗਉਤੀ ਪੰਥ ਵੀ ਹੈ। ਸੋ ਮਹਾਰਾਜ ਕਹਿੰਦੇ, ਭਗਉਤੀ ਭਗਵੰਤ ਦੀ ਉਪਾਸਨਾ ਕਰਨ ਵਾਲੇ ਉਹ ਹਨ ਜਿਨ੍ਹਾਂ ਨੂੰ ਭਗਵੰਤ ਪਰਮੇਸ਼ਵਰ ਦਾ ਰੰਗ ਚੜ੍ਹਿਆ ਹੋਇਆ ਹੈ। ਸਗਲ ਤਿਆਗੈ ਦੁਸਟ ਕਾ ਸੰਗ। ਭਾਈ ਦੁਸ਼ਟਾਂ ਪੁਰਖਾਂ ਦੀ ਕੁਸੰਗਤਾਂ ਦੇ ਸੰਗ ਦਾ ਤਿਆਗ ਕਰੇ ਜਿਹੜਾ ਪੁਰਖ ਇਉਂ ਨਾ ਕਹੇ ਕਿ ਲਿਆਓ ਮਾਸ, ਲਿਆਓ ਸ਼ਰਾਬ, ਸਾਨੂੰ ਕੀ ਲੱਗ ਚੱਲਿਆ, ਆਪਾਂ ਅਤੀਤ ਹੀ ਹਾਂ। ਦੁਸ਼ਟਾਈ ਵਾਲਾ ਸੰਗ ਸਾਰਿਆਂ ਦਾ ਛੱਡ ਦੇਵੇ, ਉੱਕਾ ਹੀ ਸੰਗ ਨਾ ਕਰੇ ਐਸਿਆਂ ਦੁਸ਼ਟਾਂ ਪੁਰਖਾਂ ਦਾ। ਮਨ ਤੇ ਬਿਨਸੈ ਸਗਲਾ ਭਰਮ। ਮਨ ਦੇ ਅੰਦਰ ਜਿਹੜਾ ਭੇਦ ਭਰਮ ਹੈ ਸਾਰਾ ਨਾਸ਼ ਹੋ ਜਾਵੇ। ਕਰ ਪੂਜੈ ਸਗਲ ਪਾਰ ਬ੍ਰਹਮ। ਇੱਥੇ ਕਈ ਵਾਰੀ ਅਸੀਂ ਪੜ੍ਹ ਜਾਂਦੇ ਕਰ ਪੂਜੇ ਜਾਂ ਕਰ ਪੂਜਾ ਪੜ੍ਹ ਜਾਂਦੇ ਹਾਂ, ਬਿਲਕੁਲ ਮਾਤਰਾ ਗਲਤ ਲਾ ਦਿੰਦੇ ਹਾਂ। ਇੱਥੇ ਦਲਾਵਾਂ ਲੱਗੀਆਂ ਹਨ ਤੇ ਪੱਪੇ ਨੂੰ ਦਲੌਂਕੜ ਲੱਗਾ ਹੈ। ਕਰ ਪੂਜੈ ਸਗਲ ਪਾਰ ਬ੍ਰਹਮ। ਵਾਹਿਗੁਰੂ ਦੀ ਜੋਤ ਸਾਰਿਆਂ 'ਚ ਜਾਣ ਕਰਕੇ ਉਸ ਪਰਮੇਸ਼ਰ ਦਾ ਪੂਜਣ ਕਰੇ, ਧਿਆਉਣਾ ਕਰੇ, ਉਸ ਨੂੰ ਹਿਰਦੇ ਵਿੱਚ ਵਸਾਉਣਾ ਕਰੇ। ਸਾਧ ਸੰਗ ਪਾਪਾ ਮਲ ਖੋਵੈ। ਮਹਾਤਮਾ ਦੀ ਸੰਗਤ ਕਰਕੇ ਪਾਪਾਂ ਦੀ ਮੈਲ ਹੈ ਜਿਹੜੀ ਜਨਮਾਂ ਜਨਮਾਂ ਦੀ ਇਕੱਠੀ ਹੋਈ, ਉਹਨੂੰ ਖੋ ਦੇਵੇ, ਭਾਵ ਮੇਟ ਦੇਵੇ। ਸਾਧੂਆਂ ਦੀ ਸੰਗਤ ਵਿੱਚ ਨਾਸ ਕਰ ਲਵੇ ਐਸੀ ਮੈਲ ਨੂੰ। ਤਿਸ ਭਗਉਤੀ ਕੀ ਮਤ ਊਤਮ ਹੋਵੈ। ਇੱਥੇ ਊਤਮ ਨੂੰ ਊਤਮ ਹੀ ਪੜ੍ਹਨਾ ਹੈ, ਇਸ ਤਰ੍ਹਾਂ ਨਹੀਂ ਕਹਿਣਾ ਕਿ ਉੱਤਮ ਹੋਵੈ, ਨਹੀਂ। ਸਤਿਗੁਰੂ ਫਰਮਾਉਂਦੇ ਤਿਸ ਭਗਉਤੀ ਕੀ ਮਤ ਊਤਮ ਹੋਵੈ। ਇਹੋ ਜਿਹਾ ਭਗਵੰਤ ਦਾ ਪ੍ਰੇਮੀ ਹੈ, ਉਸ ਦੀ ਬੁੱਧੀ ਪਰਮੇਸ਼ਰ ਦੀ ਪਰਮਾਰਥ ਦੀ ਪ੍ਰਾਪਤੀ ਵਾਲੀ ਹੁੰਦੀ ਹੈ। ਭਗਵੰਤ ਕੀ ਟਹਿਲ ਕਰੈ ਨਿਤ ਨੀਤ। ਪਰਮੇਸ਼ਰ ਦੀ ਭਗਤੀ ਜਿਹੜੀ ਕਰਨੀ ਹੈ, ਟਹਿਲ ਕਰੇ ਨਿਤਾ ਪ੍ਰਤੀ, ਨਿਤ ਰੂਪ ਦੀ ਪ੍ਰਾਪਤੀ ਵਾਸਤੇ। ਮਨ ਤਨ ਅਰਪੈ ਬਿਸਨ ਭਰੀਤ। ਕਾਫੀ ਅੱਖਰਾਂ ਦਾ ਸਾਨੂੰ ਖਿਆਲ ਰੱਖਣ ਯੋਗ ਇੱਥੇ ਸਤਿਗੁਰੂ ਸਮਝਾ ਰਹੇ ਹੈ, ਕਿਉਂਕਿ ਮਨ ਤਨ ਅਰਪੈ, ਅਰਪੇ ਨਹੀਂ ਪੜ੍ਹਨਾ, ਅਰਪੈ ਦਲਾਵਾਂ ਲੱਗੀਆਂ ਪੱਪੇ ਨੂੰ। ਕਹਿੰਦੇ ਮਨ ਤੇ ਤਨ ਨੂੰ ਬਿਸਨ ਨਾਉ ਸੰਸਾਰ ਦੀ ਅਨਚੇਸ਼ਟਾ ਕਰਾਉਣ ਵਾਲਾ ਜੋ ਸਵਾਮੀ ਹੈ, ਉਹਦੀ ਪ੍ਰੀਤੀ ਵਿੱਚ ਮਨ ਤੇ ਤਨ ਆਪ ਦਾ ਅਰਪ ਦੇਵੇ, ਭਾਵ ਉਸ ਨੂੰ ਸਮਰਪਣ ਕਰ ਦੇਵੇ। ਹਰ ਕੇ ਚਰਨ ਹਿਰਦੈ ਬਸਾਵੈ। ਇੱਥੇ ਫਿਰ ਹਿਰਦੇ ਨਹੀਂ ਪੜ੍ਹਨਾ, ਹਿਰਦੈ ਬਸਾਵੈ। ਕਹਿੰਦੇ ਹਰੀ ਅਕਾਲ ਪੁਰਖ ਦੇ ਪਵਿੱਤਰ ਚਰਨਾਂ ਨੂੰ ਹਿਰਦੇ 'ਚ ਵਸਾਉਣਾ ਕਰੇ। ਨਾਨਕ ਐਸਾ ਭਗਉਤੀ ਭਗਵੰਤ ਕੋ ਪਾਵੈ। ਸਤਿਗੁਰੂ ਜੀ ਕਹਿੰਦੇ ਐਸਾ ਜਿਹੜਾ ਭਗਉਤੀ ਹੈ ਨਾ, ਭਗਤੀ ਵਾਲਾ ਰਾਸ ਧਾਰੀਆ, ਉਹ ਭਗਵੰਤ ਪਰਮੇਸ਼ਰ ਨੂੰ ਭਾਈ ਪਾ ਸਕਦਾ ਹੈ। ਸੋ ਪੰਡਤ ਜੋ ਮਨ ਪਰ ਬੁੱਧੈ। ਮਹਾਰਾਜ ਪੰਡਤ ਦੇ ਲੱਖਣ ਕਹੋ। ਹਜੂਰ ਕਹਿੰਦੇ ਸੋ ਪੰਡਤ। ਪੰਡਾ ਨਾਉ ਬੁੱਧੀ ਦਾ ਹੈ, ਤਤ ਨਾਉ ਹੈ ਸ਼ਾਸਤਰਾਂ ਦੇ ਸਿਧਾਂਤ ਦਾ। ਜਿਹਦੀ ਬੁੱਧੀ ਸ਼ਾਸਤਰਾਂ ਦੇ ਸਿਧਾਂਤ ਨੂੰ ਜਾਣਨ ਨੂੰ ਚਤਰ ਹੋਵੇ, ਕੁਸ਼ਲ ਹੋਵੇ, ਉਹਨੂੰ ਪੰਡਤ ਕਹੀਦਾ ਹੈ। ਪੰਡਤ ਵਿਦਵਾਨ ਉਹ ਹੈ ਜੋ ਮਨ ਨੂੰ ਪਰ ਵਿਸ਼ੇਸ਼ ਕਰਕੇ ਬੋਧੇ ਸਮਝਾਉਣਾ ਕਰੇ, ਆਪਣੇ ਮਨ ਨੂੰ ਬੋਧ ਦੇਵੇ, ਗਿਆਨ ਦੇਵੇ, ਆਪਣੇ ਮਨ ਨੂੰ ਸਮਝਾਵੇ। ਰਾਮ ਨਾਮ ਆਤਮ ਮਹਿ ਸੋਧੈ। ਸਤਿਗੁਰੂ ਜੀ ਫਰਮਾਉਂਦੇ ਭਾਈ ਰਾਮ ਜੋ ਰਵੰਤੀ ਰਾਮਾ, ਰਾਮ ਦਾ ਨਾਮ ਹੈ, ਉਹ ਮਨ ਦੇ ਵਿੱਚ ਉਹਦੀ ਸ਼ੁੱਧ ਕਰੇ। ਆਤਮ ਮਨ ਦੇ ਵਿੱਚ ਸੋਧ ਵਿਚਾਰ ਕਰੇ ਰਾਮ ਦੇ ਨਾਮ ਦੀ। ਰਾਮ ਨਾਮ ਸਾਰ ਰਸ ਪੀਵੈ। ਰਾਮ ਦਾ ਨਾਮ ਅਸਲੀ ਰਸ ਹੈ, ਸਾਰਿਆਂ ਰਸਾਂ ਦੇ ਨਾਲੋਂ। ਜੋਗ ਰਸ ਚੋਂ, ਭੋਗ ਰਸ ਚੋਂ,
ਸਾਰ ਅਸਲੀ ਰਸ ਪਰਮੇਸ਼ਰ ਦਾ ਨਾਮ ਹੈ ਤਤ, ਉਸ ਨੂੰ ਪੀਣਾ ਕਰੇ। ਉਸ ਪੰਡਤ ਕੈ ਉਪਦੇਸ ਜਗ ਜੀਵੈ। ਭਾਈ ਐਸਾ ਪੰਡਤ ਵਿਦਵਾਨ ਹੈ, ਉਹਦੇ ਉਪਦੇਸ਼ ਨੂੰ ਸੁਣ ਕੇ ਸਾਰਾ ਜਗਤ ਜੀਵਨ ਮੁਕਤ ਹੋ ਸਕਦਾ ਹੈ, ਸਾਰਿਆਂ ਨੂੰ ਜ਼ਿੰਦਗੀ ਪ੍ਰਾਪਤ ਹੋ ਸਕਦੀ ਹੈ, ਜਿਉਂਦੇ ਹੋ ਸਕਦੇ ਆ। ਹਰ ਕੀ ਕਥਾ ਹਿਰਦੈ ਬਸਾਵੈ। ਹਰੀ ਅਕਾਲ ਪੁਰਖ ਦੀ ਜੋ ਸਰੂਪ ਲੱਖਣਾਂ ਵਾਲੀ ਤਟਸਥੀ ਲੱਖਣਾਂ ਵਾਲੀ ਕਥਾ ਹੈ ਨਾ, ਸਰਗੁਣ ਸਰੂਪ ਧਾਰ ਕੇ ਆਪਣੇ ਭਗਤਾਂ ਦੀ ਰੱਖਿਆ ਕਰਦਾ। ਇਹੋ ਜੀ ਗੁਣਾਂ ਵਾਲੀ ਕਥਾ ਨੂੰ ਹਿਰਦੇ 'ਚ ਵਸਾਉਣਾ ਕਰੇ, ਸੋ ਪੰਡਤ ਫਿਰ ਜੋਨ ਨ ਆਵੈ। ਸਤਿਗੁਰੂ ਜੀ ਫਰਮਾਉਂਦੇ ਆ ਵਿਦਵਾਨ ਦੇ ਤਾਈਂ, ਪੰਡਤ ਦੇ ਤਾਈਂ, ਕਿ ਐਸਾ ਜੋ ਵਿਦਵਾਨ ਹੈ, ਜੋ ਸ਼ੁੱਧ ਸਰੂਪ ਕਥਾ ਕਰਦਾ ਹੈ ਔਰ ਸ਼ੁੱਧ ਮਨ ਕਰਕੇ ਹੈ, ਉਹ ਫਿਰ ਕਦੇ ਜੂਨਾਂ ਵਿੱਚ ਨਹੀਂ ਆਉਂਦਾ, ਉਹ ਮੁਕਤ ਹੋ ਜਾਏਗਾ। ਵੇਦ ਪੁਰਾਨ ਸਿਮਰਤ ਬੂਝੈ ਮੂਲ। ਵੇਦਾਂ ਦੇ ਵਿੱਚ ਮੂਲ ਤੱਤ ਸਰੂਪ ਦਾ ਜੋ ਕਥਨ ਹੈ ਨਾ, ਪੁਰਾਣਾਂ ਦੇ ਵਿੱਚ ਜੋ ਮੂਲ ਸਰੂਪ ਦਾ ਜੋ ਕਥਨ ਹੈ ਨਾ, ਸਿਮਰਤੀਆਂ ਦੇ ਵਿੱਚ ਜੋ ਮੂਲ ਤੱਤ ਸਰੂਪ ਦਾ ਕਥਨ ਹੈ ਪਰਮੇਸ਼ਰ ਦਾ, ਉਸ ਦੇ ਤਾਈਂ ਬੁੱਝਣਾ ਕਰੇ, ਸਮਝਣਾ ਕਰੇ, ਉਸ ਮੂਲ ਰੂਪ ਕਾਰਨ ਨੂੰ ਸਮਝਣਾ ਕਰੇ। ਸੂਖਮ ਮਹਿ ਜਾਣੈ ਅਸਥੂਲ। ਸੂਖਮ ਸ੍ਰਿਸ਼ਟੀ 'ਚ ਜਿਵੇਂ ਹਿਰਨ ਗਰਭ ਹੈ ਸਾਰਿਆਂ ਦਾ, ਸੁਪਨ ਅਵਸਥਾ ਦਾ ਅਭਿਮਾਨੀ, ਇਸ ਪ੍ਰਕਾਰ ਅਸਥੂਲ ਵਿਰਾਟ ਹੈ ਸਾਰੇ ਆਕਾਰਾਂ ਦਾ ਅਭਿਮਾਨੀ। ਸੂਖਮ ਨੂੰ ਹਿਰਨ ਗਰਭ ਵਿੱਚ ਜਾਣੇ, ਹਿਰਨ ਗਰਭ ਨੂੰ ਵਿਰਾਟ ਵਿੱਚ ਜਾਣੇ। ਜਿਵੇਂ ਇਵੇਂ ਸੂਖਮ ਜੋ ਨਿਰਗੁਣ ਸਰੂਪ ਹੈ, ਉਹਦੇ ਸਰੂਪ ਵਿੱਚ ਸਾਰੇ ਖੰਡਾਂ ਬ੍ਰਹਿਮੰਡਾਂ ਦਾ ਖਿਲਾਰਾ ਜਾਣਨਾ ਕਰੇ। ਅਸਥੂਲ ਜੋ ਸੰਸਾਰ ਹੈ, ਇਹਦੇ ਵਿੱਚ ਸੂਖਮ ਸਰੂਪ ਜੋ ਜੋਤ ਹੈ, ਉਸ ਵਿੱਚ ਜਾਣਨਾ ਕਰੇ। ਨਿਰਗੁਣ ਸਰੂਪ ਸੂਖਮ ਰੂਪ ਹੈ, ਸਰਗੁਣ ਸਰੂਪ ਵਿਰਾਟ ਰੂਪ ਹੈ, ਇੱਕੋ ਹੀ ਪਰਮੇਸ਼ਰ ਜੋਤ ਸਰੂਪ ਹੈ। ਉਸ ਮੂਲ ਸਰੂਪ ਨੂੰ ਸਮਝਣਾ ਕਰੇ। ਸੂਖਮ ਜੀਵ ਜਿਹੜਾ ਹੈ, ਸਾਖੀ ਰੂਪ ਉਹਦੇ 'ਚ ਸਾਰਾ ਵਿਰਾਟ ਰੂਪ ਆਪ ਹੀ ਬਣਿਆ ਹੋਇਆ, ਇਉਂ ਜਾਣ ਕੇ ਨਿਹਾਲ ਹੋਵੇ। ਚੌਹ ਵਰਨਾ ਕਉ ਦੇ ਉਪਦੇਸ। ਚੌਹ ਵਰਨਾ, ਇੱਥੇ ਚੌਹ ਵਰਨਾ ਕਉ ਦੇ ਉਪਦੇਸ ਹੈ, ਦੱਦੇ ਨੂੰ ਲਾਮ ਹੈ। ਕਈ ਵਾਰੀ ਅਸੀਂ ਪੜ੍ਹ ਜਾਂਦੇ ਹਾਂ ਦੇਹ, ਆਹਾ ਲਾ ਜਾਂਦੇ ਨਾਲ, ਜਿਵੇਂ ਸਾਨੂੰ ਆਮ ਬੋਲੀ ਬੋਲਣ ਦੀ ਆਦਤ ਪਈ ਹੁੰਦੀ ਹੈ, ਅਸੀਂ ਬਾਣੀ ਨੂੰ ਵੀ ਉਸੇ ਢੰਗ ਨਾਲ ਹੀ ਪੜ੍ਹੀ ਜਾਂਦੇ ਹਾਂ। ਸਤਿਗੁਰੂ ਕਹਿੰਦੇ ਚੌਹ ਵਰਨਾ ਕੋ ਦੇ ਉਪਦੇਸ, ਦੇਹ ਨਹੀਂ ਕਹਿਣਾ। ਚੌਹ ਵਰਨਾ ਖੱਤਰੀਆਂ ਬ੍ਰਾਹਮਣਾਂ ਸ਼ੂਦਰਾਂ ਵੈਸ਼ਾਂ ਨੂੰ ਸਾਰਿਆਂ ਨੂੰ ਉਪਦੇਸ਼ ਦੇਵੇ। ਇਹ ਨਾ ਹੋਵੇ ਖੱਤਰੀਆਂ ਨੂੰ ਅਧਿਕਾਰੀ ਜਾਣ ਕੇ ਉਪਦੇਸ਼ ਦੇਣਾ, ਬ੍ਰਾਹਮਣ ਨੇ ਸ਼ੂਦਰਾਂ ਤੇ ਵੈਸ਼ਾਂ ਨੂੰ ਦੇਣਾ ਹੀ ਨਹੀਂ। ਐਸਾ ਨਹੀਂ, ਸਭਨਾਂ ਨੂੰ ਉਪਦੇਸ਼ ਦੇਣਾ ਕਰੇ ਚੌਹਾਂ ਵਰਨਾਂ ਵਿੱਚੋਂ। ਨਾਨਕ ਉਸ ਪੰਡਤ ਕਉ ਸਦਾ ਆਦੇਸ। ਤੇ ਸਤਿਗੁਰੂ ਜੀ ਫਰਮਾਉਂਦੇ ਐਸੇ ਪੰਡਤ ਦੇ ਤਾਈਂ ਉਸ ਵਿਦਵਾਨ ਨੂੰ ਗੁਰੂ ਸਾਹਿਬ ਜੀ ਕਹਿੰਦੇ ਸਦਾ ਵਾਸਤੇ ਨਮਸਕਾਰ ਹੈ, ਜੋ ਦੇਸ ਕਾਲ ਆਦਿਕਾਂ ਤੋਂ ਪਰਮੇਸ਼ਰ ਜੋ ਪਰੇ ਹੈ ਉਹਦੇ ਹਿਰਦੇ 'ਚ ਆਇਆ ਹੋਇਆ ਹੈ। ਸਭਨਾਂ ਨੂੰ ਇੱਕ ਬਰਾਬਰਤਾ ਨਾਲ ਵੇਖਣਾ ਕਰਦਾ ਹੈ, ਉਸ ਦਾ ਉਪਦੇਸ਼ ਦੇਣਾ ਕਰਦਾ ਹੈ। ਐਸੇ ਪੰਡਤ ਨੂੰ ਸਾਡੀ ਨਮਸਕਾਰ ਹੈ। ਸੋ ਸਾਧ ਸੰਗਤ ਜੀ, ਇਹ ਸੀ 9ਵੀਂ ਅਸ਼ਟਪਦੀ। ਅਸੀਂ 4 ਪਦਿਆਂ ਤੱਕ ਇਸ ਦੀ ਵਿਚਾਰ ਸਤਿਗੁਰੂ ਨੇ ਆਪ ਵਿੱਚ ਹਾਜ਼ਰ ਹੋ ਕੇ ਕਰਵਾਈ ਹੈ। ਸੋ ਬਾਕੀ ਦੀ ਵਿਚਾਰ ਅਸੀਂ ਕੱਲ੍ਹ ਨੂੰ ਕਰਾਂਗੇ। ਸਤਿਗੁਰੂ ਕਿਰਪਾ ਕਰਨ। ਇਸ ਵਿੱਚ ਇੱਕ ਤਾਂ ਆਡੀਓ ਲੰਮੀ ਬਣਦਾ ਸਾਨੂੰ ਹੁੰਦਾ ਹੈ ਕਿ ਸੰਗਤ ਬਹੁਤੀ ਲੰਮੀ ਆਡੀਓ ਸੁਣਦੀ ਨਹੀਂ ਹੈ। ਇੱਕ ਅਸੀਂ ਜੋ ਲੈ ਬਣੀ ਹੁੰਦੀ ਹੈ ਕਥਾ ਦੀ, ਉਹ ਇਤਨੀ ਕੋ ਬਹੁਤ ਹੈ, ਅੱਧਾ ਘੰਟਾ, ਪੌਣਾ ਘੰਟਾ, 25-30 ਮਿੰਟ। ਸੋ ਇੱਥੇ ਹੀ ਸਮਾਪਤੀ ਹੈ। ਭੁੱਲਾਂ ਚੁੱਕਾਂ ਦੀ ਖਿਮਾ ਜੀ। ਆਓ ਇਹਨਾਂ 2 ਪੰਕਤੀਆਂ ਨੂੰ ਦੁਬਾਰਾ ਪੜ੍ਹ ਸੁਣ ਲਈਏ, ਸਮਾਪਤੀ ਵਾਲੀਆਂ ਨੂੰ। ਚਹੁ ਵਰਨਾ ਕਉ ਦੇ ਉਪਦੇਸ, ਨਾਨਕ ਉਸ ਪੰਡਤ ਕਉ ਸਦਾ ਆਦੇਸ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।